ਵਾਹਿਗੁਰੂ 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 ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਸ ਕੋ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅੰਮ੍ਰਿ ਸਰੋਵਰ ਪਾਗਾ। ਜਿਸ ਕੋ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅੰਮ੍ਰਿ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਆਵਰ ਸਾਹਿਬ ਕਮਾਲ, बारगाहे इनायत के मालक, कलयुगी जीवों के उद्धार करता, साहिबे सहाबा जोत रूप हार आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, सतगुरु जी की महान इनायत का सदका साडे सारियां दे सिर ते महरामतमई रखे हथ का सदका जीवन विच फिर तो एक दफ़ा गुरुदेव जी ने नज़रे इनायत करदियां अनंत ब्रह्मंडां दे सब तो पावन अस्थान रूहानीयत दे मरकज़
ਸੱਚਖੰਡ ਸ੍ਰੀ ਹਰਮੰਦਰ ਜੀ ਦੇ ਦੀਦਾਰ ਬਖਸ਼ ਕੇ ਨਿਵਾਜਿਆ ਹੈ। ਜੀਵਨ ਦਾ ਅੱਜ ਦਾ ਦਿਨ ਪ੍ਰਾਪਤ ਹੋਇਆ ਹੈ ਜੋ ਨਵੇਂ ਜਨਮ ਜੈਸਾ ਹੈ। ਇਸ ਦੀ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਮਿਹਰਮਤ ਕਰਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਏ ਨਾਪ ਨੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਹੁਕਮਨਾਮੇ ਦੇ ਪਾਠ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਆਇਆ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਬੋਲ ਸਦਾਏ ਬਾਰਗਾ ਪਾਰ ਬ੍ਰਹਮ ਪਰਮੇਸ਼ਵਰ ਦੀ ਆਵਾਜ਼ ਗੁਰੂ ਅਰਜਨ ਪ੍ਰਤੱਖ ਹਰ ਪੰਜਵੇਂ ਗੁਰੂ ਨਾਨਕ ਦੇਵ ਜੀ ਦੇ ਮਹਾਨ ਚੰਨ ਮੁਖੜੇ ਪਵਿੱਤਰ ਮੁਖਾਰ ਬਿੰਦ ਤੋਂ ਪ੍ਰਾਪਤ ਹੋਏ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 682 ਨੰਬਰ ਪਾਵਨ ਅੰਗ 'ਤੇ ਦਰਜ ਹਨ। ਇਹ ਦੋਪਦੇ ਸ਼ਬਦਾਂ ਦੀ ਲੜੀ ਵਿੱਚ 16ਵਾਂ ਤੇ ਟੋਟਲ 16ਵਾਂ ਤੇ ਜਿਹੜਾ ਪੂਰਨ ਟੋਟਲ ਨੰਬਰ ਹੈ ਇਸ ਸ਼ਬਦ ਦਾ ਉਹ 47ਵਾਂ ਹੈ, ਜਿਸ ਦੀਆਂ ਮੁਬਾਰਕ ਮਰਕਜ਼ੀ ਪੰਕਤੀਆਂ ਹਨ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ। हे ਪਾਰ ਬ੍ਰਹਮ ਪਰਮੇਸ਼ਵਰ, हे ਨਿਰੰਕਾਰ, हे ਜਤਰ ਤਤਰ ਸਰਵਤਰ ਬਿਰਾਜਮਾਨ ਕਰਤਾ ਪੁਰਖ ਜੀ, ਤੇਰਾ ਸੇਵਕ ਤੇਰੀ ਮਿਹਰ ਸਦਕਾ ਤੇਰੇ ਨਾਮ ਦੇ ਪ੍ਰੇਮ ਦੁਆਰਾ ਜਾਗਰਤ ਹੋ ਗਿਆ, ਭਾਵ ਸਾਵਧਾਨ ਹੋ ਗਿਆ, ਸੁਚੇਤ ਹੋ ਗਿਆ ਤੇ ਹੁਣ ਇਸ ਤੇਰੇ ਪ੍ਰੇਮ ਦੁਆਰਾ ਪ੍ਰਾਪਤ ਹੋਏ ਸੁਚੇਤਪਣੇ ਕਰਕੇ ਮਨ ਆਲਸ ਰਹਿਤ ਹੋ ਗਿਆ, ਸਰੀਰ ਉਦਮ ਵਿੱਚ ਆ ਗਿਆ, ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ। ਤੇ ਪ੍ਰੀਤਮ ਦਾ ਭਾਵ ਹੈ ਜਿਹੜਾ ਪ੍ਰੀਤ ਵਿੱਚ ਸਿਖਰ ਰੱਖਦਾ ਹੈ, ਜੋ ਪ੍ਰੀਤ ਦਾ ਮਹਾਸਾਗਰ ਹੈ।
ਜਿਸ ਦੀ ਪ੍ਰੀਤ ਥੋੜ੍ਹੇ ਸਮੇਂ ਦੀ ਨਹੀਂ ਹੈ, ਸਵਾਰਥੀ ਪ੍ਰੀਤ ਨਹੀਂ ਹੈ। ਦੁਨੀਆ ਵਿੱਚ ਪ੍ਰੀਤ ਦਿਖਾਈ ਤਾਂ ਪੈਂਦੀ ਹੈ, ਪਰ ਇਹ ਥੋੜ੍ਹੇ ਸਮੇਂ ਦੀ ਹੁੰਦੀ ਹੈ, ਜ਼ਿਆਦਾ ਸਮੇਂ ਦੀ ਨਹੀਂ ਹੁੰਦੀ। ਇਸ ਲਈ ਮਹਾਰਾਜ ਇਸ ਦੁਨੀਆ ਦੀ ਪ੍ਰੀਤ ਨੂੰ, ਦੁਨੀਆ ਦੀ ਨੇੜਤਾ ਨੂੰ ਪ੍ਰੀਤ ਕਰਕੇ ਪ੍ਰਵਾਨ ਵੀ ਨਹੀਂ ਕਰਦੇ। ਜੈਸੇ ਮਹਾਰਾਜ ਜੀ ਦਾ ਬਚਨ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਠੀਕ ਹੈ, ਦਰਿਆਵਾਂ ਵਿੱਚ ਪਾਣੀ ਦਿਖਾਈ ਪੈਂਦਾ ਹੈ, ਪਰ ਬਰਸਾਤ ਨਾ ਹੋਵੇ ਦਰਿਆ ਸੁੱਕ ਵੀ ਜਾਂਦੇ ਨੇ, ਮੁੱਕ ਵੀ ਜਾਂਦੇ ਨੇ। ਫਿਰ ਪਤਾ ਵੀ ਨਹੀਂ ਚੱਲਦਾ ਕੁਝ ਸਦੀਆਂ ਬਾਅਦ ਇੱਥੇ ਦਰਿਆ ਕਦੀ ਹੈ ਵੀ ਸੀ ਕਿ ਨਹੀਂ ਹੈਗਾ ਸੀ। ਪਰ ਸਾਗਰ ਹਮੇਸ਼ਾ ਹੀ ਲਬਾਲਬ ਭਰਿਆ ਰਹਿੰਦਾ ਹੈ, ਲਹਿਰਾਂ ਉਛਲਦੀਆਂ ਰਹਿੰਦੀਆਂ ਨੇ, ਔਰ ਕਦੀ ਉਸ ਵਿੱਚ ਸੋਕਾ ਜਾਂ ਮੁੱਕਣਾ ਦਿਖਾਈ ਨਹੀਂ ਪੈਂਦਾ। ਇਸ ਲਈ ਉਸ ਨੂੰ ਸਾਗਰ ਆਖਿਆ ਜਾਂਦਾ ਹੈ। ਦੁਨੀਆ ਦਾ ਪਿਆਰ ਕੱਲ੍ਹ ਨੂੰ ਨਫ਼ਰਤ ਵਿੱਚ ਬਦਲ ਜਾਂਦਾ ਹੈ। ਸਵਾਰਥੀਆਂ ਨੂੰ ਪਿੱਛੇ ਪਿੱਛੇ ਹੱਥ ਜੋੜ ਕੇ ਫਿਰਦੇ ਹੋਏ ਦੇਖਿਆ ਜਾ ਸਕਦਾ ਹੈ, ਪਰ ਜਰਾ ਜਿਹਾ ਸਵਾਰਥ ਦਾ ਮੌਕਾ ਲੰਘ ਜਾਏ ਤੇ ਫਿਰ ਉਹੀ ਇਲਜ਼ਾਮ ਲਾਉਣ ਲੱਗ ਪੈਣਗੇ, ਉਹੀ ਦੁਨੀਆ ਦੇ ਕੁਕਰਮ ਉਹਨਾਂ ਦੀ ਜ਼ੁਬਾਨ ਤੋਂ ਬਿਆਨ ਹੁੰਦੇ ਸੁਣਾਈ ਪੈਣਗੇ। ਕਾਰਨ ਇਹ ਹੈ ਕਿ ਸਵਾਰਥ ਦੀ ਪ੍ਰੀਤ ਹੈ, ਆਪਣੇ ਲੋਭ ਸਿਓ ਕੀਨੋ ਮੀਤ। ਦੁਨੀਆ ਵਿੱਚ ਬਹੁ ਗਿਣਤੀ ਉਹਨਾਂ ਦੀ ਹੈ ਜੋ ਆਪਣੇ ਸਵਾਰਥ ਕਰਕੇ ਕਿਸੇ ਦੇ ਨੇੜੇ ਆਵਣਗੇ, ਤੇ ਸਵਾਰਥ ਮੁੱਕ ਜਾਏਗਾ ਤੇ ਨੇੜੇ ਵੀ ਨਹੀਂ ਟੁਕਣਗੇ। ਜਿਤ ਦਿਨ ਉਨਕਾ ਸਵਾਰਥ ਹੋਏ ਨਾ ਆਵੇ, ਤਿਤ ਵੇਲੇ ਨੇੜੇ ਕੋਈ ਨਾ ਟੁਕਾਸਾ। ਕਿਉਂਕਿ ਪ੍ਰੀਤ ਜਿਹੜੀ ਹੈ ਮੁੱਕ ਜਾਏਗੀ, ਪ੍ਰੀਤ ਦਾ ਪ੍ਰਵਾਹ ਖੁਸ਼ਕ ਹੋ ਜਾਏਗਾ। ਇਸ ਲਈ ਪਰਮਾਤਮਾ ਦੀ ਪ੍ਰੀਤ ਸਾਗਰ ਦੀ ਤਰ੍ਹਾਂ ਹੈ, ਕਦੀ ਉਸ ਵਿੱਚ ਸੋਕਾ ਨਹੀਂ ਆਵੇਗਾ, ਕਦੀ ਮੁੱਕੇਗੀ ਨਹੀਂ, ਔਰ ਸਦਾ ਉਸੇ ਹੀ ਆਨੰਦ ਨਾਲ ਰਹੇਗੀ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਆਪਣੀ ਬਾਣੀ ਦੁਆਰਾ ਸਾਡੀ ਨਿਮਾਣੀ ਝੋਲੀ ਨੂੰ ਮਾਲਾ ਮਾਲ ਕਰਦੇ ਹੋਏ ਬਿਆਨ ਕਰਦੇ ਨੇ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਸਾਚੀ ਪ੍ਰੀਤ ਆਮ ਤੁਮ ਸੰਗ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਮਹਾਰਾਜ ਜੀ ਨੇ ਬੜਾ ਸੋਹਣਾ ਖੁਲਾਸਾ ਕੀਤਾ ਹੈ। ਪ੍ਰੀਤ ਪ੍ਰੀਤ ਗੁਰੀਆ, ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨ ਹੈ ਛਾੜ ਦੁਬਿਧਾ ਕੀ ਕੁਰੀਆ। ਬੜੇ ਮਹਾਂਬੋਲ ਨੇ ਸਤਿਗੁਰੂ ਪਾਤਸ਼ਾਹ ਜੀ ਦੇ, ਜਿਨ੍ਹਾਂ ਦੀ ਪ੍ਰੀਤ ਗੁਰੂ ਨਾਲ ਜੁੜ ਜਾਂਦੀ ਹੈ, ਫਿਰ ਸਾਵਧਾਨ ਰਹਿੰਦੇ ਨੇ। ਉਹਨਾਂ ਨੂੰ ਆਲਸ ਕਰਦੇ ਹੋਏ ਨਹੀਂ ਦੇਖਿਆ ਜਾ ਸਕਦਾ, ਉਹਨਾਂ ਨੂੰ ਕਿਸੇ ਗੱਲ ਤੋਂ ਅਚੇਤ ਹੁੰਦੇ ਹੋਏ ਨਹੀਂ ਦੇਖਿਆ ਜਾ ਸਕਦਾ। ਉਹ ਆਪਣੇ ਇੰਦਰੀਆਂ 'ਤੇ ਵੀ ਪੂਰਾ ਪਹਿਰਾ ਲਗਾ ਕੇ ਰੱਖਦੇ ਨੇ, ਕੋਈ ਬੋਲ ਗਲਤ ਨਾ ਨਿਕਲ ਜਾਏ। ਨੇਤਰਾਂ ਦੁਆਰਾ ਕੋਈ ਦ੍ਰਿਸ਼ ਗਲਤ ਨਾ ਦੇਖਿਆ ਜਾਏ, ਸਰਵਣਾਂ ਦੁਆਰਾ ਕੋਈ ਗਲਤ ਬੋਲ ਨਾ ਸੁਣਿਆ ਜਾਏ। ਉਹ ਹਮੇਸ਼ਾ ਸੁਚੇਤ ਰਹਿੰਦੇ ਨੇ। ਮਹਾਰਾਜ ਜੀ ਨੇ ਬੋਲ ਸਾਡੀ ਝੋਲੀ 'ਚ ਵੀ ਪਾਏ ਨੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪੂਰੀ ਸਾਵਧਾਨੀ ਰੱਖਣੀ ਪੈਣੀ ਹੈ, ਪੂਰਾ ਇਕਾਗਰਤਾ ਦਾ ਆਪਣਾ ਆਲਮ ਬਣਾ ਕੇ ਰੱਖਣਾ ਪੈਣਾ। ਕਿਉਂਕਿ ਜੇ ਥੋੜ੍ਹਾ ਜਿਹਾ ਵੀ ਢਿੱਲ ਦਿੱਤੀ ਨਾ, ਫਿਰ ਇਹ ਮਨ ਉਸ ਪਾਸੇ ਚਲਾ ਜਾਂਦਾ ਹੈ
ਤੇ ਪ੍ਰਭੂ ਦੀ ਪ੍ਰੀਤ ਵੱਲੋਂ ਟੁੱਟ ਜਾਂਦਾ ਹੈ। ਤੇ ਜੀਵਨ ਦਾ ਪਲ ਪਲ ਦੁੱਖਾਂ ਨਾਲ ਭਰਿਆ ਹੋਇਆ ਦਿਖਾਈ ਪੈਂਦਾ ਹੈ, ਬਿਨਾਂ ਕਾਰਨ ਵੈਰ ਵਿਰੋਧ ਨਾਲ ਭਰਿਆ ਹੋਇਆ ਦਿਖਾਈ ਪੈਂਦਾ ਹੈ। ਸਤਿਗੁਰੂ ਜੀ ਦੇ ਕੋਲ ਬਥੇਰੇ ਆਏ ਨੇ, ਪਰ ਸਾਵਧਾਨ ਨਹੀਂ ਰਹੇ। ਮਨ ਵਿੱਚ ਢਿੱਲਾਪਨ ਬਣਿਆ ਰਿਹਾ ਵੀ ਖਬਰੇ ਗੁਰੂ ਦੇਖਦਾ ਹੈ ਕਿ ਨਹੀਂ ਦੇਖਦਾ। ਉਹ ਇਸ ਤਰ੍ਹਾਂ ਆਉਣ ਵਾਲੇ ਲਾਭ ਨਹੀਂ ਲੈ ਸਕੇ। ਪਰ ਜਿਹੜੇ ਸੁਚੇਤ ਰਹੇ ਕਿ ਗੁਰੂ ਹਰ ਜਗ੍ਹਾ ਦੇਖਦਾ ਹੈ, ਜਹ ਜਹ ਵੇਖੋਂ ਤੈ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਕਿਤਨਾ ਮਹਾਬਚਨ ਹੈ ਮੇਰੇ ਪਾਤਸ਼ਾਹ ਜੀ ਦਾ। ਉਸ ਨੂੰ ਯਾਦ ਕਰ ਤੇ ਸਹਿ ਯਾਦ ਰੱਖ ਉਸ ਨੂੰ ਹਰ ਵੇਲੇ, ਕਿਉਂਕਿ ਸਦਾ ਹੀ ਦੇਖਦਾ ਹੈ ਤੇ ਸਦਾ ਹੀ ਮੌਜੂਦ ਹੈ। ਜੇ ਕਿਧਰੇ ਦ੍ਰਿਸ਼ਟੀ ਬਣ ਜਾਏ ਨਾ ਮਨੁੱਖ ਦੀ ਬਈ ਗੁਰੂ ਮੈਨੂੰ ਦੇਖਦਾ ਹੈ, ਤੇ ਫਿਰ ਇਸ ਦੀ ਜ਼ੁਬਾਨ ਤੋਂ ਮੈਲਾ ਬੋਲ ਨਹੀਂ ਨਿਕਲੇਗਾ। ਫਿਰ ਇਸ ਦੇ ਨੇਤਰ ਮੈਲਾ ਦ੍ਰਿਸ਼ ਨਹੀਂ ਦੇਖਣਗੇ, ਫਿਰ ਸਰਵਣ ਮੈਲੀ ਸਰੋਤ ਨੂੰ ਨਹੀਂ ਅਪਣਾਵਣਗੇ। ਬੜੇ ਸੋਹਣੇ ਦੋ ਬੋਲ ਇਸਲਾਮ ਜਗਤ ਦੇ ਮਹਾਨ ਸੂਫੀ ਸੰਤ ਜਨਾਬ ਸ਼ੇਖ ਸਾਦੀ ਦੇ ਨੇ। ਉਹਨਾਂ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਲੱਭਾ ਬੰਦ ਚਸ਼ਮ ਬੰਦ ਗੋਸ਼ ਬੰਦ, ਗਰਨਾ ਯਾਬੀ ਨੂਰੇ ਹੱਕ ਬਰ ਮਨ ਬਖੰਦ। ਪੁਰਖਾ ਥੋੜਾ ਜਿਹਾ ਸਾਵਧਾਨ ਹੋ, ਤੂੰ ਕੀ ਅਵੇਸਲਾ ਹੋਇਆ ਫਿਰਦਾ ਹੈ। ਤੂੰ ਸੋਚਦਾ ਮੈਂ ਇਹ ਲਿਖ ਦਿੱਤਾ, ਪਰ ਅਗਲੇ ਨੂੰ ਪਤਾ ਨਹੀਂ ਲੱਗਿਆ ਵੀ ਕਿਸ ਨੇ ਲਿਖਿਆ। ਸਭ ਪਤਾ ਚੱਲ ਜਾਂਦਾ। ਮੈਂ ਬੋਲ ਦਿੱਤਾ, ਅਗਲੇ ਨੂੰ ਪਤਾ ਨਹੀਂ ਚੱਲਿਆ, ਸਭ ਪਤਾ ਚੱਲ ਜਾਂਦਾ। ਹੁਣ ਅਗਲਾ ਜਾਣ ਬੁੱਝ ਕੇ ਲਿਹਾਜ਼ ਕਰੇ ਤੇ ਉਹ ਗੱਲ ਵੱਖਰੀ ਹੈ, ਸਾਡੇ ਵੱਲੋਂ ਤੇ ਕਸਰ ਨਹੀਂ ਰਹਿੰਦੀ। ਤੇ ਫਿਰ ਅਸੀਂ ਮੂੰਹ ਚੋਪੜ ਕੇ ਚਲਾਕ ਬਣ ਕੇ ਤੇ ਬਣ ਜਾਂਦੇ ਹਾਂ ਬੜੇ ਗੁਰਮੁਖ, ਬਣ ਜਾਂਦੇ ਹਾਂ ਬੜੇ ਭੋਲੇ, ਬੜੇ ਸੰਤ, ਬੜੇ ਗੁਰਸਿੱਖ, ਤੇ ਕਦਮ ਕਦਮ ਤੇ ਪਖੰਡ ਕਰਦੇ ਹੋਏ ਦੇਖਿਆ ਜਾ ਸਕਦਾ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਪੂਰੇ ਧਿਆਨ ਨਾਲ ਸਰਵਣ ਕਰਨਾ ਉਸ ਮਹਾਂਪੁਰਖ ਦੇ ਬੋਲ। ਕਹਿੰਦੇ ਨੇ ਬਸ ਆਪਣੇ ਬੋਲਾਂ ਦਾ ਖਿਆਲ ਰੱਖ, ਮੇਰੇ ਕੋਲੋਂ ਕੋਈ ਗਲਤ ਬੋਲ ਨਾ ਨਿਕਲ ਜਾਏ। ਲੱਭਾ ਬੰਦ ਕਰ ਆਪਣੇ ਬੋਲਾਂ ਨੂੰ, ਤੇਰੀ ਜ਼ੁਬਾਨ ਤੋਂ ਕਿਸੇ ਦੀ ਦਿਲ ਸਿਕਣੀ ਵਾਲੇ ਬੋਲ ਨਾ ਨਿਕਲਣ। ਕਿਉਂਕਿ ਦਿਲ ਸਿਕਣੀ ਵਾਲੇ ਬੋਲ ਪਰਮਾਤਮਾ ਮਾਫ ਨਹੀਂ ਕਰਦਾ। ਇਹ ਵੀ ਉਸ ਦੇ ਬੜੇ ਕੀਮਤੀ ਬਚਨ ਨੇ, ਮੈਂ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ। ਉਹ ਕਹਿੰਦਾ ਮੈਂ ਖੁਰੋ ਮੁਸਹਬ ਸੋਜ਼ੋ, ਆਤਿਸ਼ ਅੰਦਰ ਕਾਬਾ ਜਨ। ਇਸਲਾਮ ਵਿੱਚ ਸ਼ਰਾਬਨੋਸ਼ੀ ਦੀ ਮਮਾਨੀਅਤ ਹੈ ਬਈ ਮੁਸਲਮਾਨ ਸ਼ਰਾਬ ਨਹੀਂ ਪੀ ਸਕਦਾ। ਸਾਰੇ ਦੁਨੀਆ ਦੇ ਧਰਮ ਗ੍ਰੰਥ ਇਸ ਭੈੜੀ ਚੀਜ਼ ਤੋਂ ਮਨਾ ਕਰਦੇ ਨੇ। ਤੇ ਮਹਾਰਾਜ ਤੇ ਇਸ ਤਰ੍ਹਾਂ ਕਹਿੰਦੇ ਨੇ ਵੀ ਜੇ ਤੂੰ ਪਾਗਲ ਹੋਣਾ ਚਾਹੁੰਦਾ ਹੈ ਤੇ ਫਿਰ ਪੀ ਲੈ। ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਜਿਨ੍ਹਾਂ ਨੂੰ ਖਸਮ ਧੱਕ ਦਿੰਦਾ ਹੈ ਨਾ, ਖਸਮ ਦੇ ਧੱਕੇ ਪੈ ਜਾਂਦੇ, ਉਹਨਾਂ ਨੂੰ ਪਰਿਵਾਰ ਵੀ ਧੱਕੇ ਹੀ ਮਾਰਦਾ। ਬੱਚੇ ਧੱਕੇ ਮਾਰਦੇ ਨੇ, ਭੈਣ ਭਰਾ ਧੱਕੇ ਮਾਰਦੇ ਨੇ, ਧੱਕੇ ਹੀ ਪੈਂਦੇ ਨੇ। ਤੇ ਸੱਚ ਜਾਣਨਾ ਦੂਰ ਕਿਉਂ ਜਾਈਏ, ਪਤੀ ਵੀ ਪਤਨੀ ਵੀ ਉਹਨਾਂ ਨੂੰ ਧੱਕੇ ਹੀ ਮਾਰਦੀ ਹੈ ਵੀ ਤੂੰ ਖਟਿਆ ਕੀ ਹੈ, ਸਾਰੀ ਜ਼ਿੰਦਗੀ ਨਸ਼ਿਆਂ 'ਚ ਹੀ ਪਿਆ ਰਿਹਾ, ਭੈੜੇ ਕੰਮਾਂ 'ਚ ਹੀ ਪਿਆ ਰਿਹਾ। ਭਾਵ ਸਨਮਾਨ ਕਿਧਰੇ ਨਹੀਂ ਮਿਲਦਾ, ਆਪਣਾ ਪਰਾਇਆ ਨਾ ਪਛਾਣਈ, ਨਹੀਂ ਉਸ ਨੂੰ ਦੇਖਦਾ ਇਹ ਕੋਈ ਮੇਰਾ ਆਪਣਾ ਹੈ, ਨਹੀਂ ਕੋਈ ਦੇਖਦਾ ਪਰਾਇਆ ਹੈ। ਐਸੇ ਮਨੁੱਖ ਨੂੰ ਧੱਕੇ ਹੀ ਪੈਂਦੇ ਨੇ।
ਤੇ ਆਪਣੇ ਤੇ ਪਰਾਏ ਭਲੇ ਬਾਰੇ ਵੀ ਇਸ ਨੂੰ ਬੋਧ ਨਹੀਂ ਰਹਿ ਜਾਂਦਾ। ਮਹਾਰਾਜ ਇਸ ਨੂੰ ਮਨਾ ਕਰਦੇ ਨੇ, ਕਹਿੰਦੇ ਨੇ ਇਹ ਕੰਮ ਨਹੀਂ ਹੋ ਸਕਦਾ। ਤੇ ਫਿਰ ਮੈਂ ਅਰਜ਼ ਕਰਾਂ, ਉਹ ਸੂਫੀ ਫਕੀਰ ਕਹਿੰਦਾ ਜੇ ਤੂੰ ਇਹ ਪਾਪ ਨਹੀਂ ਕੀਤਾ ਤੇ ਫਿਰ ਕਰ ਲੈ। ਮੈਂ ਖੁਰੋ ਮੁਸਹਬ ਸੋਜੋ ਆਤਿਸ਼ ਅੰਦਰ ਕਾਬਾ ਜਨ। ਜੇ ਤੂੰ ਧਰਮ ਮੰਦਰ ਨੂੰ ਕਿਧਰੇ ਅੱਗ ਲਗਾ ਕੇ ਨਹੀਂ ਜਲਾਇਆ ਤਾਂ ਇਹ ਪਾਪ ਵੀ ਕਰ ਲੈ। ਆਤਿਸ਼ ਅੰਦਰ ਕਾਬਾ ਜਨ ਹਰ ਚੇ ਖਵਾਹੀ ਕੁਨ। ਜਿਹੜਾ ਮਰਜੀ ਪਾਪ ਕਰ, ਵਲੇ ਦਿਲ ਅਜ਼ਾਰੀ ਮਕੁਨ। ਜਿਹੜਾ ਮਰਜੀ ਪਾਪ ਕਰ, ਹੋ ਸਕਦਾ ਖੁਦਾ ਦੀ ਮਹਾਨਤਾ, ਖੁਦਾ ਦੀ ਦਇਆਲਤਾ ਉਸ ਨੂੰ ਬਖਸ਼ ਦੇਵੇ, ਪਰ ਜੇ ਦੂਜਿਆਂ ਦਾ ਦਿਲ ਦੁਖਾਵੇਂਗਾ, ਪੁਰਖਾ ਖੁਦਾ ਨੇ ਤੈਨੂੰ ਮੁਆਫ ਨਹੀਂ ਕਰਨਾ। ਸਾਵਧਾਨ ਰਹਿ ਆਪਣੇ ਬੋਲਾਂ ਤੋਂ। ਮੈਂ ਬੋਲਣ ਕੀ ਲੱਗਾ, ਮੈਂ ਕਹਿਣ ਕੀ ਲੱਗਾ, ਮੈਂ ਕਾਗਜ਼ ਤੇ ਕਿਹੜੇ ਅੱਖਰ ਲਿਖਣ ਲੱਗਾ। ਬਾਬਾ ਫਰੀਦ ਕਹਿੰਦੇ ਨੇ ਤੇਰਾ ਜੀਵਨ ਤੇ ਕਾਗਜ਼ ਦੀ ਤਰ੍ਹਾਂ। ਬਾਜ਼ਾਰ ਵਿੱਚ ਲੋਕਾਂ ਦੁਆਰਾ ਲਿਖੀਆਂ ਕਿਤਾਬਾਂ ਮਿਲਦੀਆਂ ਨੇ, ਤੇਰਾ ਜੀਵਨ ਤੇ ਤੇਰੇ ਦੁਆਰਾ ਲਿਖਿਆ ਹੋਇਆ, ਤੇਰੀ ਕਿਤਾਬ ਹੈ, ਪੜ੍ਹ ਤੇ ਸਹੀ। ਫਿਰ ਪੜ੍ਹੇਗਾ ਤੇ ਫਿਰ ਔਖਾ ਹੋਵੇਗਾ ਵੀ ਇਹ ਕੀ ਲਿਖਿਆ ਗਿਆ। ਪਹਿਲੇ ਲਿਖਣ ਲੱਗਿਆ ਹੀ ਸੋਚ ਮੈਂ ਲਿਖਣ ਕੀ ਲੱਗਾ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਸਮਝਣ ਦਾ ਯਤਨ ਕਰਨਾ। ਆਪ ਨੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਥੋੜਾ ਜਿਹਾ ਆਪਣੇ ਅੰਦਰ ਦੇਖ ਵੀ ਮੈਂ ਕੀ ਹੈਗਾ। ਦੂਜੇ ਤੇ ਇਲਜ਼ਾਮ ਲਾਉਣਾ ਬੜਾ ਹੀ ਸੌਖਾ ਹੈ, ਅਸੀਂ ਝੱਟ ਲਾ ਦਿੰਦੇ ਹਾਂ। ਤੇ ਬੇਸਿਰ ਪੈਰ ਜਿਹਦਾ ਕੋਈ ਸਬੂਤ ਨਹੀਂ, ਜੋ ਕਦੀ ਹੋਇਆ ਹੀ ਨਹੀਂ, ਜੋ ਕਦੀ ਹੋ ਹੀ ਨਹੀਂ ਸਕਦਾ। ਤੇ ਕਦੀ ਕਦੀ ਤੇ ਕੋਈ ਬੰਦਾ ਸਾਡੇ ਤੋਂ ਬਹੁਤ ਉੱਚਾ ਹੁੰਦਾ, ਸਾਰੀ ਜ਼ਿੰਦਗੀ ਅਸੀਂ ਉਹਨੂੰ ਮਿਲ ਵੀ ਨਹੀਂ ਸਕਦੇ ਹੁੰਦੇ, ਪਰ ਉਸ ਤੇ ਵੀ ਘਰ ਬੈਠੇ ਇਲਜ਼ਾਮ ਲਾਈ ਜਾਂਦੇ। ਤੇ ਪੁਰਖਾ ਇੱਕ ਇੱਕ ਬੋਲ ਤੇਰੀ ਕਿਤਾਬ ਤੇ ਲਿਖਿਆ ਜਾ ਰਿਹਾ। ਇੱਕ ਇੱਕ ਅੱਖਰ ਤੇਰੇ ਜੀਵਨ ਦੇ ਪੰਨਿਆਂ ਤੇ ਲਿਖਿਆ ਜਾ ਰਿਹਾ। ਇਸ ਲਈ ਸਾਵਧਾਨ ਰਹਿ। ਬਾਬਾ ਫਰੀਦ ਜੀ ਦੇ ਬੋਲ ਨੇ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ। ਜੋ ਤੋ ਪ੍ਰਿਆ ਦੀ ਸਿੱਖ ਹਿਆਉ ਨ ਠਾਹੇ ਕਹੀਦਾ। ਤੁਹਾਨੂੰ ਸੰਸਾਰ ਤੇ ਬੜੇ ਬੜੇ ਦਾਨੀ ਵੀ ਮਿਲ ਜਾਣਗੇ, ਆਖਣਗੇ ਜੋ ਕੁਝ ਹੈਗਾ ਦਾਨ ਹੀ ਕਰ ਦੇਵੋ। ਤੇ ਬੜੇ ਬੜੇ ਬੇਈਮਾਨ ਵੀ ਮਿਲ ਜਾਣਗੇ ਵੀ ਜੇ ਕਿਸੇ ਕੋਲੋਂ ਲੈ ਲਿਆ ਤੇ ਫਿਰ ਮੋੜਨਾ ਨਹੀਂ, ਜੋ ਮਰਜ਼ੀ ਹੋ ਜਾਏ। ਹਰ ਕੰਮ ਅਗਲੇ ਦਾ ਵਿਗਾੜਨ ਲਈ ਤਿਆਰ ਰਹਿਣਗੇ ਵੀ ਅਗਲੇ ਦਾ ਕੰਮ ਵਿਗਾੜ ਕੇ ਛੱਡਣਾ। ਕੌਣ ਦੱਸੇ ਪੁਰਖਾ, ਇਹ ਮੰਦ ਭਾਵਨਾ ਤੈਨੂੰ ਖੁਦ ਨੂੰ ਹੀ ਤਬਾਹ ਕਰ ਦੇਵੇਗੀ। ਕਿਉਂਕਿ ਜੋ ਦੂਜਿਆਂ ਲਈ ਚਾਹੁੰਦਾ ਉਹ ਪਹਿਲੇ ਤੇਰੇ ਨਾਲ ਹੋਣਾ। ਤੇਰੇ ਕੋਲ ਆਵੇਗਾ ਤੇ ਦੂਜਿਆਂ ਨੂੰ ਦੇਵੇਗਾ ਨਾ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ। ਜੋ ਤੋ ਪ੍ਰਿਆ ਦੀ ਸਿੱਖ ਹਿਆਉ ਨ ਠਾਹੇ ਕਹੀਦਾ। ਐਵੇਂ ਦੂਜਿਆਂ ਦੀ ਦਿਲ ਸ਼ਿਕਨੀ ਨਾ ਕਰਿਆ ਕਰ, ਦੂਜਿਆਂ ਦਾ ਹਿਰਦਾ ਨਾ ਦੁਖਾਇਆ ਕਰ। ਹਰ ਚੇ ਖਵਾਹੀ ਕੁਨ ਵਲੇ ਦਿਲ ਅਜਾਰੀ ਮਕੁਨ। ਤੇ ਜਿਹੜਾ ਇੰਨਾ ਸਾਵਧਾਨ ਹੈ ਕਿ ਦੂਜੇ ਦਾ ਦਿਲ ਨਾ ਦੁਖ ਜਾਏ, ਉਹ ਮੰਦਰ ਕਿਉਂ ਤੋੜੇਗਾ, ਉਹ ਮਸਜਿਦ ਕਿਉਂ ਜਲਾਏਗਾ, ਉਹ ਗੁਰਦੁਆਰੇ ਨੂੰ ਕਿਉਂ ਅੱਗ ਲਾਏਗਾ। ਅਚੇਤ ਲੋਕ ਨੇ ਜਿਨ੍ਹਾਂ ਨੇ ਧਰਮ ਮੰਦਰਾਂ ਦੀ ਬੇਅਦਬੀ ਕੀਤੀ, ਧਰਮ ਗ੍ਰੰਥਾਂ ਦੀ ਬੇਅਦਬੀ ਕੀਤੀ ਔਰ ਸਤਪੁਰਸ਼ਾਂ ਲਈ ਭੈੜੇ ਬੋਲ ਆਖੇ। ਇਹ ਅਚੇਤ ਲੋਕ ਨੇ, ਸਮਝ ਨਹੀਂ। ਜਿਸ ਦਿਨ ਸਮਝ ਆ ਜਾਂਦੀ ਹੈ ਨਾ, ਮਨੁੱਖ ਦੁਨੀਆ ਵੱਲ ਦੇਖਦਾ ਤਾਂ ਫਿਰ ਕਬੀਰ ਜੀ ਦੇ ਬੋਲ ਸਾਹਮਣੇ ਆ ਜਾਂਦੇ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਪਰ ਅਫਸੋਸ ਹੈ, ਬੰਦਾ ਕਰਨ ਲੱਗਾ ਦੇਖਦਾ ਹੀ ਨਹੀਂ ਮੈਂ ਕਰ ਕੀ ਰਿਹਾ। ਸੋਚਦਾ ਸਭ ਤੋਂ ਪਰਦਾ ਪਾਇਆ ਹੋਇਆ।
ਪਰ ਪਰਮਾਤਮਾ ਤੋਂ ਪੜਦਾ ਕਿਵੇਂ ਪਾਵੇਂਗਾ? ਉਹ ਚੁੱਕ ਦੇਵੇਗਾ ਤੇਰਾ ਪੜਦਾ, ਫਿਰ ਤੂੰ ਕੀ ਕਰੇਗਾ? ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ ਪੁਰਖਾ, ਸਾਵਧਾਨ ਹੋ ਅਚੇਤ ਨਾ ਬਣ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਬਾਬਾ ਸ੍ਰੀ ਚੰਦ ਜੀ ਨੂੰ, ਬਾਬਾ ਲਖਮੀ ਦਾਸ ਜੀ ਨੂੰ, ਪੁੱਤਰ ਲਖਮੀ ਦਾਸਾ ਮੈਂ ਕੋ ਬਸਤਰ ਬਦਲਨੇ ਹੈਣ, ਜਾਏ ਧੋ ਕਰ ਸੁਕਾਏ ਲਿਆਵੇਂ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਇਸ ਗੱਲ ਪ੍ਰਤੀ ਸ਼ਾਇਦ ਸੁਚੇਤ ਨਹੀਂ ਹੋ ਪਾਏ ਬਈ ਜੋ ਸਤਿਗੁਰੂ ਕਹਿੰਦੇ ਨੇ ਹੋ ਸਕਦਾ। ਤੇ ਆਖਣ ਲੱਗੇ ਵੇ ਬਾਪੂ ਅੱਧੀ ਰਾਤ ਆਏ, ਬਸਤਰ ਕਿਉਂ ਕਰ ਸੁਕੀਵੀਂਗੇ? ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਬ੍ਰਹਿਮੰਡ ਦਾ ਸਭ ਤੋਂ ਸੁਚੇਤ ਹਿਰਦਾ ਭਾਈ ਲਹਿਣਾ ਜੀ ਵੱਲ ਦੇਖਿਆ। ਲਹਿਣਿਆ ਤੂੰ ਬਸਤਰ ਲਿਆਏ, ਬਾਹਰ ਤਾਂ ਧੁੱਪ ਲੱਗੀ ਆਏ। ਗੁਰੂ ਨਾਨਕ ਦੇਵ ਜੀ ਦੀ ਮਹਿਮਾ ਤੇ ਭਾਈ ਬੱਲੇ ਬੱਲੇ। ਇੱਕ ਜੈਕਾਰਾ ਸਾਰੀ ਸੰਗਤ ਭਾਈ ਲਹਿਣਾ ਜੀ ਦੇ ਸੁਚੇਤਪਣੇ ਨੂੰ ਸਮਰਪਿਤ ਹੋ ਕੇ ਇਕੱਠੇ ਇੱਕ ਜੈਕਾਰਾ ਬੁਲਾਓ। ਇਤਨਾ ਸੁਚੇਤ ਹਿਰਦਾ, ਇਤਨਾ ਸੁਚੇਤ ਹਿਰਦਾ ਰੂਹੇ ਜ਼ਮੀਨ ਤੇ ਹੋਰ ਕੋਈ ਦਿਖਾਈ ਨਹੀਂ ਪੈਂਦਾ ਜਿਤਨਾ ਸੁਚੇਤ ਹਿਰਦਾ ਭਾਈ ਲਹਿਣਾ ਜੀ ਦਾ। ਆਖਣ ਲੱਗੇ ਭਲਾ ਬਾਬਾ ਜੋ ਤੁਸਾਡੀ ਰਜ਼ਾ ਏ, ਔਰ ਵਾਕਈ ਬਸਤਰ ਧੋ ਵੀ ਲਿਆਏ ਤੇ ਸੁਕਾ ਵੀ ਲਿਆਏ। ਤੇ ਆਖਿਆ ਮਹਾਰਾਜ ਹੁਣ ਪਾ ਲਓ, ਤੁਹਾਡੀ ਮਿਹਰ ਨਾਲ ਬਸਤਰ ਧੁੱਲ ਵੀ ਗਏ ਤੇ ਸਾਫ਼ ਵੀ ਹੋ ਗਏ ਤੇ ਸੁੱਕ ਵੀ ਗਏ। ਮਹਾਰਾਜ ਜੀ ਨੇ ਫਿਰ ਦੋਹਾਂ ਨੂੰ ਬੁਲਾਇਆ, ਆਖਿਆ ਸੰਗਤ ਵੱਡੀ ਗਿਣਤੀ ਵਿੱਚ ਆਏ ਰਹੀ ਹੈ, 20,000 ਤੋਂ ਵੱਧ ਸੰਗਤਾਂ ਪਹੁੰਚ ਰਹੀਆਂ ਹਨ ਤੇ ਸੇਵਾ ਉਹਨਾਂ ਦੀ ਮਠਿਆਈ ਖਵਾਏ ਕਰ ਕਰਨੀ ਹੈ। ਤੇ ਆਖਣ ਲੱਗੇ ਬਾਪੂ ਇਹ ਕਿ ਪਏ ਕਹਿੰਦੇ ਹੋ, 20,000 ਲੋਕ ਆ ਰਹੇ ਹਨ, ਪਹਿਲੇ ਦੱਸਦੇ ਤੇ ਹਲਵਾਈ ਲਗਾ ਦਿੰਦੇ ਤੇ ਮਠਿਆਈਆਂ ਬਣ ਜਾਵੰਦੀਆਂ, ਹੁਣ ਇੱਕਦਮ ਮਠਿਆਈ ਕਿੱਥੋਂ ਲਿਆਈਏ? ਤੇ ਮਹਾਰਾਜ ਆਖਣ ਲੱਗੇ ਕਿੱਕਰ ਦਾ ਦਰਖਤ ਹੈਗਾ, ਇਸ ਤੋਂ ਮਠਿਆਈਆਂ ਆ ਜਾਣਗੀਆਂ। ਇਹ ਸਾਡਾ ਮਨ ਜਿਤਨੀ ਦੇਰ ਅਚੇਤ ਹੈ, ਇਹ ਮਨ ਕਿੱਕਰ ਦੀਆਂ ਸੂਲਾਂ ਵਰਗਾ ਹੈ। ਕਿੱਕਰ ਦਾ ਹੀ ਦਰਖਤ ਹੈ, ਹੋਰ ਕੁਛ ਵੀ ਨਹੀਂ। ਨਾ ਛਾਂ ਹੁੰਦੀ ਹੈ, ਨਾ ਫਲ ਹੁੰਦਾ ਤੇ ਨਾ ਕੋਈ ਸੁਗੰਧੀ ਵਾਲੇ ਫੁੱਲ ਹੀ ਹੁੰਦੇ ਨੇ। ਲਾਗੋਂ ਲੰਘਦਾ ਵੀ ਬੰਦਾ ਡਰਦਾ ਵੀ ਪਤਾ ਨਹੀਂ ਕਿਹੜੀ ਸੂਲ ਮਾਰ ਦੇਵੇਗਾ। ਇਹੋ ਜਿਹੇ ਤੁਹਾਨੂੰ ਕਿੱਕਰ ਬੜੇ ਮਿਲ ਜਾਣਗੇ ਜਗ੍ਹਾ ਜਗ੍ਹਾ। ਮਨਮੁਖਤਾਈ ਦੀਆਂ ਸੂਲਾਂ ਤੇ ਹੰਕਾਰ ਦੀ ਬਦਬੂ ਔਰ ਕੌਡੀ ਪੱਲੇ ਨਹੀਂ ਤੇ ਕੱਖ ਵੀ ਸੰਸਾਰ ਤੇ ਹਸਤੀ ਕੋਈ ਨਹੀਂ। ਨਿਰੀਆਂ ਸੂਲਾਂ ਤੁਹਾਨੂੰ ਦਿਖ ਜਾਣਗੇ ਇਹੋ ਜਿਹੇ ਲੋਕ। ਮਹਾਰਾਜ ਕਹਿਣ ਲੱਗੇ ਕਿੱਕਰ ਹੈ ਮਨ, ਇਸ ਤੋਂ ਹੀ ਨਾਮ ਦਾ ਰਸ ਟਪਕੇਗਾ ਤੇ 20,000 ਕੀ ਕਰੋੜਾਂ ਲੋਕ ਵੀ ਆ ਜਾਣ ਤੇ ਸਾਰੇ ਮਿਠਾਸ ਨਾਲ ਭਰ ਕੇ ਜਾਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਐਸਾ ਅੰਮ੍ਰਿਤ ਦਾ ਸੋਮਾ ਹੈ, ਅਗਰ ਅਰਬਾਂ ਖਰਬਾਂ ਲੋਕ ਵੀ ਆ ਜਾਵਣ ਤੇ ਫਿਰ ਇੱਥੋਂ ਮਿਠਾਸ ਲੈ ਕੇ ਹੀ ਜਾਂਦੇ ਨੇ, ਕੌੜਾਪਨ ਤੇ ਹੈ ਹੀ ਨਹੀਂ। ਮਿਠਾਸ ਹੀ ਮਿਠਾਸ, ਰਸ ਹੀ ਰਸ, ਆਨੰਦ ਹੀ ਆਨੰਦ, ਬਰਕਤ ਹੀ ਬਰਕਤ। ਭਾਈ ਲਹਿਣਾ ਜੀ ਵੱਲ ਮਹਾਰਾਜ ਨੇ ਦੇਖਿਆ, ਆਖਿਆ ਤੂੰ ਮਠਿਆਈਆਂ ਲਿਆ। ਚੜ੍ਹ ਗਏ ਕਿੱਕਰ ਤੇ ਹਿਲਾਇਆ ਤੇ ਸਾਡੀ
ਸਾਖੀਆਂ ਇਤਿਹਾਸ ਦੀਆਂ ਪੁਸਤਕਾਂ ਦੱਸਦੀਆਂ ਨੇ ਕਿ ਮਠਿਆਈਆਂ ਦੇ ਢੇਰ ਲੱਗ ਗਏ ਤੇ ਸਭ ਨੇ ਰੱਜ ਰੱਜ ਕੇ ਸਕੇ ਤੇ ਖਤਮ ਫਿਰ ਵੀ ਨਾ ਹੋਏ। ਖਾਵੇ ਹੈ ਸਤਿਗੁਰੂ ਜੀ ਦਾ ਬਚਨ ਹੈ, ਖਾਵੇਂ ਖਰਚ ਹੈ ਰਲ ਮੇਲ ਭਾਈ, ਤੋਟ ਨ ਆਵੇ ਵਧ ਦੋ ਜਾਈ। ਫਿਰ ਤੋਟ ਨਹੀਂ ਆਉਂਦੀ, ਫਿਰ ਹੋਰ ਇਜ਼ਾਫਾ ਹੁੰਦਾ, ਫਿਰ ਹੋਰ ਬਰਕਤ ਪੈਂਦੀ ਹੈ, ਫਿਰ ਹੋਰ ਮਧੁਰਤਾ ਥੋੜ੍ਹੀ ਜਿਹੀ ਬਣਾ ਕੇ ਤਾਂ ਦੇਖੋ, ਹਰ ਸੰਬੰਧ ਵਿੱਚੋਂ ਮਧੁਰਤਾ ਝਲਕ ਪੈਂਦੀ ਹੈ, ਸੋਮਾ ਪ੍ਰਗਟ ਹੋ ਜਾਂਦਾ ਹੈ। ਪਰ ਆਪ ਹੀ ਮੈਂ ਅਰਜ਼ ਕਰਾਂ, ਅਸੀਂ ਜ਼ਹਿਰ ਨਾਲ ਭਰੇ ਹੋਈਏ ਤੇ ਫਿਰ ਦੂਜੇ ਨੂੰ ਕਿੱਥੋਂ ਆਖੀਏ ਵੀ ਅੰਮ੍ਰਿਤ ਬਣ ਜਾਏ। ਐਸੇ ਜ਼ਹਿਰੀਲੇ ਬੰਦੇ ਨੂੰ ਹਰ ਕੋਈ ਕੌੜਾ ਲੱਗਦਾ। ਜਿਵੇਂ ਕਿਸੇ ਨੂੰ ਤਾਪ ਚੜਿਆ ਹੋਵੇ ਨਾ, ਇਹ ਮਸਕੀਨ ਜੀ ਦਾ ਬਚਨ ਹੈ ਜੋ ਮੈਂ ਆਪ ਨੂੰ ਸੁਣਾ ਰਿਹਾ। ਪੰਥ ਰਤਨ ਗੁਰਮਤ ਵਿਦਿਆ ਮਾਰਤੰਡ, ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਆਤਮਾ। ਉਹਨਾਂ ਦਾ ਸਾਰਾ ਪਰਿਵਾਰ ਵੀ ਹਰ ਸਾਲ ਇਹਨਾਂ ਸਮਾਗਮਾਂ ਵਿੱਚ ਪਹੁੰਚਦਾ ਹੈ। ਇਸ ਵਾਰੀ ਵੀ ਹਾਜ਼ਰੀਆਂ ਭਰ ਰਹੇ ਨੇ। ਬੜਾ ਰਸਕ ਹਿਰਦਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ, ਉਹਨਾਂ ਦੀ ਵੀ ਯਾਦ ਜੁੜੀ। ਹਰ ਸਾਲ ਉਹ ਹਾਜ਼ਰੀਆਂ ਭਰਦੇ ਰਹੇ। ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਦੇ ਬੱਚੇ ਪਰਿਵਾਰ ਸਭ ਹਾਜ਼ਰੀ ਭਰ ਰਹੇ। ਮਿਠਾਸ ਨਾਲ ਭਰਿਆ ਹੋਇਆ ਹਿਰਦਾ, ਰਸ ਨਾਲ ਭਰਿਆ ਹੋਇਆ ਹਿਰਦਾ। ਤੇ ਸੱਚ ਜਾਣਨਾ, ਜੇ ਥੋੜਾ ਜਿਹਾ ਰਸਕ ਬੋਲ ਅੱਗੇ ਕੀਤੇ ਜਾਣ ਤੇ ਅੱਗੋਂ ਵੀ ਫਿਰ ਰਸ ਹੀ ਪ੍ਰਾਪਤ ਹੁੰਦਾ। ਤੇ ਜੇ ਬੇਰਸੀ ਭਰੇ ਬੋਲ ਆਖੋਗੇ ਤੇ ਕੌਣ ਸੰਸਾਰ ਤੇ ਤੁਹਾਨੂੰ ਮਾਣ ਦੇਵੇਗਾ। ਆਪਣਾ ਮਾਣ ਮਨੁੱਖ ਆਪ ਕਰਾਉਣ ਵਿੱਚ ਵੀ ਸਹਾਇਕ ਹੁੰਦਾ। ਇਸ ਲਈ ਮਹਾਰਾਜ ਜੀ ਨੇ ਇਹ ਬਚਨ ਸਾਡੀ ਝੋਲੀ 'ਚ ਪਾਏ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਮਨੁੱਖ ਸੁਚੇਤ ਹੋ ਜਾਂਦਾ। ਬਹੁਤ ਰਸ ਲਬਰੇਜ਼ ਬੋਲ ਨੇ ਮੇਰੇ ਸਾਹਿਬ ਜੀ ਦੇ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਹੁਣ ਸੁਚੇਤ ਹੋ ਗਿਆ, ਹੁਣ ਸਰਵਣ ਮੈਲੇ ਬੋਲ ਨਹੀਂ ਸੁਣ ਸਕਦੇ, ਹੁਣ ਨੇਤਰ ਮੈਲਾ ਦ੍ਰਿਸ਼ ਨਹੀਂ ਦੇਖ ਸਕਦੇ, ਹੁਣ ਜ਼ਬਾਨ ਮੈਲਾ ਬੋਲ ਨਹੀਂ ਬੋਲ ਸਕਦੀ। ਤੁਲਸੀ ਜੀ ਦੇ ਬੜੇ ਕੀਮਤੀ ਬੋਲ ਨੇ, ਪਰ ਧਨ ਪਰ ਦਾਰਾ ਪਰ ਹਰੀ, ਤਾਕੇ ਨਿਕਟ ਬਸੇ ਨਰ ਹਰੀ। ਥੋੜਾ ਜਿਹਾ ਸੁਚੇਤ ਹੀ ਤੇ ਹੋਣਾ ਹੈ। ਅਸੀਂ ਸੁਚੇਤ ਹੋਵਾਂਗੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਨਾਨਕ ਹੀ ਦਿਖਾਈ ਪੈਣਗੇ, ਗੁਰੂ ਗੋਬਿੰਦ ਸਿੰਘ ਹੀ ਦਿਖਾਈ ਪੈਣਗੇ। ਤੇ ਗੁਰੂ ਗ੍ਰੰਥ ਸਾਹਿਬ ਹੀ ਕਿਉਂ, ਹਰ ਦਿਖਾਈ ਪੈਣ ਵਾਲਾ ਸਿੱਖ, ਹੋਰ ਕੋਈ ਦਿਖਾਈ ਨਹੀਂ ਪਏਗਾ। ਹਰ ਸਿੱਖ ਦਾ ਦੀਦਾਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਦੀਦਾਰ ਹੋਵੇਗਾ। ਤੇ ਜੇ ਮਨ ਅਚੇਤ ਹੈ ਤੇ ਵਜ਼ੀਰ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ 'ਚ ਚਿਣਦਾ ਪਿਆ। ਭਟ ਜਨ ਸੁਚੇਤ ਨੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਤਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਾਰ। ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਕਹਿੰਦੇ ਨੇ ਪ੍ਰਤੱਖ ਤੌਰ ਤੇ ਪਰਮਾਤਮਾ ਦਾ ਦੀਦਾਰ ਕਰਨਾ ਹੋਵੇ ਤੇ ਦੁਨੀਆ ਦੇ ਲੋਗੋ ਗੁਰੂ ਅਰਜਨ ਦੇਵ ਜੀ ਦਾ ਦੀਦਾਰ ਕਰ ਲਓ। ਪਰ ਦੀਵਾਨ ਚੰਦੂ ਤੇ ਲੋਹ ਤੇ ਬਿਠਾਉਣ ਤੇ ਤੁਲਿਆ ਆ। ਪਹਿਲੇ ਰਿਸ਼ਤਾ ਕਰਦਾ ਸੀ, ਆਪਣੀ ਲੜਕੀ ਦੇ ਰਿਹਾ ਸੀ, ਫਿਰ ਲੋਹ ਤੇ ਬਿਠਾ ਰਿਹਾ, ਫਿਰ ਸਿਰ ਤੇ ਬਲਦੀ ਹੋਈ ਰੇਤਾ ਪਾ ਰਿਹਾ, ਫਿਰ ਪਾਣੀ ਦੀਆਂ ਦੇਗਾਂ ਵਿੱਚ ਉਬਾਲ ਰਿਹਾ। ਕਾਰਨ ਕੀ ਹੈ? ਸੁਚੇਤ ਨਹੀਂ ਹੈ। ਇਹ ਗੱਲ ਕਹਿੰਦਿਆਂ ਮੈਨੂੰ ਕੋਈ ਝਿਜਕ ਨਹੀਂ ਹੈ। ਜੇ ਕਿਧਰੇ ਉਸ ਵੇਲੇ ਦੀ ਸਰਕਾਰ ਦੇ ਨੁਮਾਇੰਦੇ ਮੁਖੀ ਸੁਚੇਤ ਹੁੰਦੇ
ਤੇ ਦਰਬਾਰ ਸਾਹਿਬ ਵਰਗੀ ਪਾਵਨ ਧਰਤੀ ਤੇ ਹਮਲਾਵਰ ਨਾ ਹੁੰਦੇ, ਜਿਹੜੇ ਜਿਹੜੇ ਵੀ ਹੋਏ ਹਨ ਹਮਲਾਵਰ ਨਾ ਹੁੰਦੇ, ਕਿਉਂਕਿ ਚੜ੍ਹ ਕੇ ਆਉਣ ਵਾਲਾ ਥਾਂ ਨਹੀਂ ਹੈ, ਇਹ ਤਾਂ ਨਿਉ ਕੇ ਆਉਣ ਵਾਲਾ ਥਾਂ ਹੈ। ਅਚੇਤ ਲੋਕਾਂ ਨਾਲ ਜਗਤ ਭਰਿਆ ਹੋਇਆ, ਨਾ ਸਮਝ ਲੋਕ ਬਥੇਰੇ ਨੇ, ਤੁਹਾਨੂੰ ਜਗ੍ਹਾ ਜਗ੍ਹਾ ਮਿਲ ਜਾਣਗੇ। ਮੈਂ ਕਈ ਦਫਾ ਸੋਚਦਾ ਸਾਰੀ ਦੁਨੀਆ ਤੋਂ, ਸਾਰੇ ਦੁਨੀਆ ਦੇ ਮਤਾਂ ਨਾਲੋਂ ਸਭ ਤੋਂ ਮਹਾਨ ਸੰਸਥਾ ਸਾਡੇ ਕੋਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸਦਕੇ ਜਾਈਏ ਇਸ ਸੰਸਥਾ ਤੋਂ। ਕਿਧਰੇ ਦੁਨੀਆ ਵਿੱਚ ਕੋਈ ਆਫਤ ਬਣੇ, ਇਹ ਸੰਸਥਾ ਸਭ ਕੁਝ ਲੈ ਕੇ ਪਹੁੰਚ ਜਾਂਦੀ। ਤੇ ਇਹਨਾਂ ਤੋਂ ਵੀ ਸਦਕੇ ਜਾਈਏ ਜਿਨ੍ਹਾਂ ਦਾ ਹਿਰਦਾ ਹੀ ਅਚੇਤ ਹੈ। ਇਹ ਸਵੇਰੇ ਹੀ ਬਹਿ ਜਾਣਗੇ ਆਪਣਾ ਫੋਨ ਲੈ ਕੇ ਤੇ ਇਸ ਸੰਸਥਾ ਦੇ ਖਿਲਾਫ ਲਿਖਣ ਲੱਗ ਪੈਣਗੇ। ਇਹ ਬੰਦਾ ਨਹੀਂ ਹੈ ਕੋਈ, ਇਹ ਸਾਡੀ ਸਟਰੈਂਥ ਹੈ, ਸਾਡੀ ਮਜ਼ਬੂਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਖਿਲਾਫ ਬੋਲਣ ਲੱਗ ਪੈਣਗੇ। ਤੇ ਕਾਰਨ ਕੀ ਹੈ? ਕਾਰਨ ਸਿਰਫ ਤੇ ਸਿਰਫ ਇਹੀ ਹੈ ਕਿ ਮਨ ਸੁਚੇਤ ਨਹੀਂ ਹੈ, ਮਨ ਅਚੇਤਪਣੇ ਨਾਲ ਭਰਿਆ ਹੋਇਆ ਨਹੀਂ ਹੈ। ਮਨ ਸੁਚੇਤ ਹਮਾਯੂ ਦਾ ਤੇ ਗੁਰੂ ਅੰਗਦ ਦੇਵ ਜੀ ਦੇ ਖੰਡਾ ਕੱਢ ਕੇ ਖੜਾ ਹੈ। ਨਹੀਂ ਹੈ ਮਨ ਸੁਚੇਤ ਔਰੰਗਜ਼ੇਬ ਦਾ ਤੇ ਪਾਰ ਬ੍ਰਹਮ ਪਰਮੇਸ਼ਵਰ ਸਰੂਪ ਪਰਮੇਸ਼ਵਰ ਜੋਤ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਕਤਲ ਕਰਦਾ ਪਿਆ, ਸਰਮਦ ਜੈਸੇ ਫਕੀਰਾਂ ਨੂੰ ਕਤਲ ਕਰਦਾ ਪਿਆ। ਤੇ ਮਨ ਸੁਚੇਤ ਹੋਵੇ, ਹੋ ਗਿਆ ਮਨ ਸੁਚੇਤ ਬਾਬੇ ਬੁੱਢੇ ਦਾ। ਇਹ ਸਾਰੇ ਇਲਾਕੇ ਦੇ ਮਾਲਕ ਹੋ ਸਨ, ਭਾਈ ਸੁੱਗਾ ਰੰਧਾਵਾ ਤੇ ਉਹਨਾਂ ਦੇ ਸਪੁੱਤਰ ਬਾਬਾ ਬੁੱਢਾ। ਮਨ ਸੁਚੇਤ ਹੋਇਆ, ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖਿਆ ਤੇ ਆਖਿਆ, ਬਾਬਾ ਇਹ ਭੋਜਨ ਕਰਨ ਨਾਲ ਤਨ ਦੀ ਭੁੱਖ ਲੈ ਜਾਂਦੀ ਹੈ, ਕੋਈ ਐਸਾ ਭੋਜਨ ਦੱਸ ਵੀ ਮਨ ਦੀ ਭੁੱਖ ਵੀ ਲੈ ਜਾਏ, ਮਨ ਵੀ ਰੱਜ ਜਾਏ। ਮਹਾਰਾਜ ਮੈਨੂੰ ਮੌਤ ਤੋਂ ਬਚਾ ਲਵੋ। ਤੇ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਸਤਿਗੁਰੂ ਗਏ ਨੇ, ਸਭ ਨੇ ਗੁਰੂ ਨਾਨਕ ਦੀ ਵਡਿਆਈ ਕੀਤੀ ਹੈ। ਸਿੱਧ ਬੋਲਣ ਸ਼ੁਭ ਬਚਨ, ਤਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੀ ਤਾਰੀਫ ਕੀਤੀ ਹੈ, ਵਡਿਆਈ ਕੀਤੀ ਹੈ। ਇਹ ਕਿਤਨਾ ਸੁਚੇਤ ਬਾਲਕ ਹੈ ਬਾਬਾ ਬੁੱਢਾ ਕਿ ਆਪ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਨਾਨਕ ਇਹਦੀ ਵਡਿਆਈ ਕਰਦੇ ਪਏ ਨੇ। ਆਖਦੇ ਪਏ ਨੇ ਤੇਰਾ ਨਾਮ ਹੀ ਬੂੜਾ ਨਹੀਂ ਹੈ, ਤੂੰ ਤੇ ਹੈ ਵੀ ਬਜ਼ੁਰਗ ਹੈ। ਇੰਨਾ ਸੁਚੇਤ, ਇੰਨਾ ਸਿਆਣਾ, ਇਤਨਾ ਸਮਝਦਾਰ, ਕਦੀ ਅਚੇਤ ਬਣਾ ਨਹੀਂ ਹੋਇਆ। 6 ਜਾਮਿਆਂ ਤੱਕ ਇਹਨਾਂ ਦਾ ਸਰੀਰ ਰਿਹਾ ਤੇ ਬਾਬਾ ਬੁੱਢਾ ਉਮਰ ਦਰਾਜ਼ ਹੋਣ ਦੇ ਬਾਵਜੂਦ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸਤਾਦ ਹੋਣ ਦੇ ਬਾਵਜੂਦ ਇਤਨੇ ਸੁਚੇਤ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋੜਿਆਂ ਤੋਂ ਸੀਸ ਹੀ ਨਹੀਂ ਚੁੱਕਦੇ, ਕਿਉਂਕਿ ਸੁਚੇਤ ਨੇ, ਅਚੇਤ ਨਹੀਂ ਹੈਗੇ। ਬੜੇ ਮਹਾਂਬੋਲ ਨੇ, ਵੱਡੀਆਂ ਵੱਡੀਆਂ ਸ਼ਖਸੀਅਤਾਂ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ। ਸਿੱਖ ਜਗਤ ਦੀ ਅਜ਼ੀਮ ਤਰੀਨ ਸ਼ਖਸੀਅਤ, ਨਿਰਮਲ ਹਿਰਦਾ ਸ੍ਰੀ ਮਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਆਪ ਪਹੁੰਚੇ ਹਨ। ਔਰ ਬਹੁਤ ਹੀ ਰੋਸ਼ਨ ਦਿਮਾਗ, ਰੋਸ਼ਨ ਜ਼ਮੀਰ ਡਾਕਟਰ ਅਮਰੀਕ ਸਿੰਘ ਜੀ ਲਤੀਫਪੁਰੀ, ਉਹ ਵੀ ਹਾਜ਼ਰੀਆਂ ਭਰ ਰਹੇ ਹਨ। तमाम अहुदेदार श्रोमणी गुरुद्वारा प्रबंधक कमेटी के सकत्तर साहिबान, जनरल सकत्तर सियालका जी, सारे हाज़रियां भर रहे हैं। सरदार गुरिंदर सिंह जी मैनेजर साहब, सब महान विद्वान। ये संस्था ही नहीं है, इस संस्था ने महान विद्वान पैदा भी किए, जिन्हों असीं श्रोमणी गुरुद्वारा प्रबंधक कमेटी कहते हैं। सारिया शख्सियतां हाज़री भर रही ने। आओ प्रेम सहित इन्हां अमृत बोलां दा पाठ ते अखरी अर्थ सरवण करिए। पेशतर आखो धन गुरु रामदास जी महाराज। एक बारी सारे फिर गज के आखो जी,
ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ ਸਤਨਾਮ ਵਾਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਗੁਰੂ ਅਰਜਨ ਦੇਵ ਜੀ ਦੇ ਬੋਲ ਧਨਾਸਰੀ ਰਾਗ ਦੇ ਹਨ। ਇਹ ਕਾਫੀ ਥਾਟ ਦਾ ਰਾਗ ਹੈ, ਸੰਪੂਰਨ ਹੈ ਤੇ ਗਾਉਣ ਦਾ ਵੇਲਾ ਤੀਸਰਾ ਪਹਿਰ ਹੈ ਜੋ ਮਹਾਰਾਜ ਜੀ ਨੇ ਵਰਤਿਆ ਹੈ। ਸਰਵਣ ਕਰੀਏ। ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਈ ਗਨਹੁ ਅਭਾਗਾ। ਜਦੋਂ ਸੁਚੇਤ ਮਨੁੱਖ ਹੁੰਦਾ ਨਾ ਫਿਰ ਪਤਾ ਚੱਲਦਾ ਬਈ ਧਨ ਤਾਂ ਬਥੇਰਾ ਹੈ, ਪਦਵੀਆਂ ਵੀ ਨੇ, ਮਾਣ ਸਨਮਾਨ ਵੀ ਹੈ, ਪਰ ਜੇ ਪ੍ਰਾਣਾ ਦਾ ਮਾਲਕ ਭੁੱਲਿਆ ਹੋਇਆ ਹੈ ਨਾ, ਨਾਮ ਤੋਂ ਬਿਨਾਂ ਸਵੇਰ ਹੋ ਰਹੀ ਹੈ, ਨਿਤਨੇਮ ਦੀਆਂ ਬਾਣੀਆਂ ਤੋਂ ਬਿਨਾਂ ਹੋਰ ਕੰਮ ਕਰਦਾ, ਆਰੰਭ ਕਰ ਲੈਂਦਾ, ਰਹਿਰਾਸ ਤੋਂ ਬਿਨਾਂ ਸ਼ਾਮ ਹੋ ਗੁਜ਼ਰ ਜਾਂਦੀ ਹੈ, ਤੇ ਫਿਰ ਇਹਨੂੰ ਖੁਸ਼ਕਿਸਮਤ ਨਾ ਸਮਝੋ, ਇਹ ਮੰਦਭਾਗਾ ਹੈ, ਭੈੜੀ ਕਿਸਮਤ ਵਾਲਾ। ਜਿਹਨੂੰ ਪ੍ਰਾਣਾ ਦਾ ਮਾਲਕ ਪ੍ਰਭੂ ਵਿਸਰ ਜਾਏ, ਨਾਮ ਵਿਸਰ ਜਾਏ, ਉਹ ਅਭਾਗਾ ਹੈ, ਉਸ ਨੂੰ ਭਾਗਸ਼ਾਲੀ ਨਾ ਸਮਝੋ। ਮਹਾਰਾਜ ਫਰਮਾਨ ਕਰਦੇ ਹਨ, ਚਰਨ ਕਮਲ ਜਾ ਕਾ ਮਨ ਰਾਗਿਓ। ਤੇ ਜਿਸ ਦਾ ਮਨ ਚਰਨ ਕਮਲਾਂ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ। ਰਾਗ ਦਾ ਮਤਲਬ ਹੁੰਦਾ ਹੈ ਪ੍ਰੇਮ, ਤੇ ਰਾਗਿਓ ਦਾ ਭਾਵ ਹੈ ਪ੍ਰੇਮ ਵਿੱਚ ਪ੍ਰਵਿਰਤ ਹੋ ਗਿਆ, ਪ੍ਰੇਮ ਨਾਲ ਭਰ ਗਿਆ। ਚਰਨ ਕਮਲ ਗੁਰੂ ਦਾ ਨਾਮ ਹੈ। ਨਾਮ ਨਾਲ ਸਾਰਾ ਬ੍ਰਹਿਮੰਡ ਚੱਲਦਾ ਹੈ, ਚਰਨਾਂ ਨਾਲ ਮਨੁੱਖ ਚੱਲਦਾ ਹੈ। ਇਸ ਲਈ ਪਰਮਾਤਮਾ ਦੇ ਚਰਨ ਪਰਮਾਤਮਾ ਦਾ ਨਾਮ ਹੀ ਹੈ। ਚਰਨਾਂ ਨਾਲ ਜੁੜਨਾ, ਨਾਮ ਨਾਲ ਜੁੜਨਾ ਹੈ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਫਰਮਾਨ ਕਰਦੇ ਨੇ ਜਿਹਦਾ ਮਨ ਨਾਮ ਦੇ ਪ੍ਰੇਮ ਵਿੱਚ ਆ ਗਿਆ, ਰੰਗਿਆ ਗਿਆ, ਅੰਮ੍ਰਿਤ ਸਰੋਵਰ ਪਾਗਾ, ਮਾਨੋ ਉਸਨੇ ਅੰਮ੍ਰਿਤ ਦਾ ਸਰੋਵਰ ਪ੍ਰਾਪਤ ਕਰ ਲਿਆ, ਪਾ ਲਿਆ ਹੈ, ਉਸ ਨੂੰ ਨਸੀਬ ਹੋਇਆ। ਆਪ ਸਾਰੇ ਹੀ ਭਾਗਸ਼ਾਲੀ ਹੋ ਜਿਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਅੰਮ੍ਰਿਤ ਸਰੋਵਰ ਵਿੱਚ ਟੁੱਭਾ ਲਾਉਣ ਦਾ ਸੁਭਾਗ ਬਣਿਆ ਹੈ। ਅੰਮ੍ਰਿਤ ਸਰੋਵਰ ਪਾਗਾ, ਅੰਮ੍ਰਿਤ ਦਾ ਸਾਗਰ ਪਰਮਾਤਮਾ ਉਸਨੇ ਪ੍ਰਾਪਤ ਕਰ ਲਿਆ। ਤੇਰਾ ਜਨ ਰਾਮ ਨਾਮ ਰੰਗ ਜਾਗਾ। ਸਚਾਈ ਹੈ ਸਾਧ ਸੰਗਤ, ਜਿਤਨੀ ਦੇਰ ਤੱਕ ਪ੍ਰਭੂ ਦਾ ਪ੍ਰੇਮ ਪੈਦਾ ਨਾ ਹੋਵੇ ਬੰਦਾ ਜਾਗਰਤ ਨਹੀਂ ਆਉਂਦਾ। ਇਕੱਠ ਤੇ ਬਹੁਤ ਵੱਡਾ ਸੀ ਕੇਸਗੜ੍ਹ ਸਾਹਿਬ, ਪਰ ਪ੍ਰੇਮ ਵਿੱਚ ਰੰਗੇ ਹੋਏ, ਜਾਗਰਤ ਹੋਏ ਹੋਏ ਉਹ ਪੰਜ ਸਨ ਜਿਨ੍ਹਾਂ ਦੇ ਮੁਖੀ ਭਾਈ ਦਇਆ ਸਿੰਘ ਜੀ। ਬਾਕੀ ਅਚੇਤ ਸਣ ਹੈ, ਇਹ ਮਹਾਰਾਜ ਸਿਰ ਮੰਗਦੇ ਪਏ ਨੇ, ਸਿਰ ਲਾ ਦੇਣਗੇ। ਬਚਾ ਲਓ ਆਪਣਾ ਆਪ, ਕਿਤੇ ਸਿਰ ਹੀ ਨਾ ਲਾ ਦੇਣ। ਪਰ ਸੁਚੇਤ ਸਣ ਪਿਆਰੇ ਭਾਈ ਦਇਆ ਸਿੰਘ ਸਿਰ ਝੁਕਾ ਕੇ, ਹੱਥ ਜੋੜ ਕੇ, ਗਲ ਪੱਲਾ ਪਾ ਕੇ ਖੜੇ ਹੋ ਗਏ ਚਰਨਾਂ। ਸੱਚੇ ਪਾਤਸ਼ਾਹ, ਜੇ ਇਸ ਨਿਮਾਣੇ ਸੇਵਕ ਦਾ ਸੀਸ ਪ੍ਰਵਾਨ ਹੋ ਜਾਏ ਤੇ ਮੈਂ ਵੱਡ ਭਾਗਾ। ਮੈਂ ਬਹੁਤ ਖੁਸ਼ਕਿਸਮਤ ਹਾਂ ਜਿਹੜਾ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ। ਆਲਸ ਸ਼ੀਜ ਗਿਆ ਸਭ ਤਨ ਤੇ। ਉਹਦਾ ਸਰੀਰ ਆਲਸੀ ਨਹੀਂ ਹੁੰਦਾ, ਅੰਮ੍ਰਿਤ ਵੇਲੇ ਸੁੱਤਾ ਨਹੀਂ ਰਹਿੰਦਾ, ਜਾਗ ਪੈਂਦਾ ਹੈ। ਪ੍ਰੀਤਮ ਸਿਉ ਮਨ ਲਾਗਾ, ਪਾਰ ਬ੍ਰਹਮ ਪਰਮੇਸ਼ਵਰ ਨਾਲ ਮਨ ਜੁੜ ਜਾਂਦਾ, ਹਰ ਵੇਲੇ ਜਪ ਬਣਿਆ ਰਹਿੰਦਾ ਹੈ। ਰਹਾਉ ਇਹ ਮਰਕਜ਼ੀ ਬੋਲ ਹਨ ਇਸ ਪਾਵਨ ਸ਼ਬਦ ਦੇ। ਜਹ ਜਹ ਪੇਖੋ ਤਹ ਨਾਰਾਇਣ। ਫਿਰ ਐਸੇ ਮਨੁੱਖ ਤੋਂ ਜਿੱਧਰ ਦ੍ਰਿਸ਼ਟੀ ਜਾਂਦੀ ਹੈ ਪਰਮਾਤਮਾ ਹੀ ਦਿਖਦਾ ਹੈ। ਗੁਰੇ ਦਿਖਾਇਓ ਲੋਏ ਨਾ, ਈਤੈ ਉਤੈ ਘਟ 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 ਘਟ, ਤੂੰ ਹੀ ਮੋਹੇ ਨਾ। ਗੁਰੂ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ
ਮਨ ਪਰਗਾਸ। ਅਸੀਂ ਕਿਤਨਾ ਵੱਡਾ ਅਚੇਤਪਣੇ ਦਾ ਸਬੂਤ ਦਿੱਤਾ ਹੈ, ਪਰਮਾਤਮਾ ਤੋਂ ਬਿਨਾ ਹੈ ਹੀ ਕੋਈ ਨਹੀਂ, ਤੇ ਸਾਨੂੰ ਪਰਮਾਤਮਾ ਕਦੀ ਦਿਖਾਈ ਪਿਆ ਹੀ ਕੋਈ ਨਹੀਂ। ਇਹ ਅੱਖਾਂ ਸਾਡੀਆਂ ਅੰਧੀਆਂ ਹਨ, ਦਿਖਾਈ ਨਹੀਂ ਪੈਂਦਾ। ਗੁਰੂ ਦੀ ਮਿਹਰ ਹੋ ਜਾਏ ਤੇ ਫਿਰ ਜੈ ਪੇਖੋਂ ਜੈ ਜੈ ਪੇਖੋਂ ਤਹਿ ਨਾਰਾਇਣ, ਪਰਮਾਤਮਾ ਹੀ ਦਿਖਦਾ ਹੈ। ਸਗਲ ਘਟਾ ਮਹਿ ਤਾਗਾ। ਜਿਵੇਂ ਸਾਰੇ ਮਣਕਿਆਂ 'ਚ ਤਾਗਾ ਆਧਾਰ ਰੂਪ ਹੁੰਦਾ ਹੈ ਨਾ, ਮਾਲਾ ਬਣਾ ਕੇ ਰੱਖਦਾ ਹੈ, ਇਸ ਤਰ੍ਹਾਂ ਸਭ ਹਿਰਦਿਆਂ ਵਿੱਚ ਜਿਵੇਂ ਸਹਿਜ ਘਟਾ ਮੈਂ ਏਕ ਆਕਾਸ਼, ਇਸ ਤਰ੍ਹਾਂ ਪਰਮਾਤਮਾ ਸਭ ਵਿੱਚ ਅਨੁਭਵ ਹੋਣ ਲੱਗ ਪੈਂਦਾ ਹੈ। ਨਾਮ ਉਦਕ ਪੀਵਤ ਜਨ ਨਾਨਕ। ਨਾਮ ਅੰਮ੍ਰਿਤ ਜਲ ਸੇਵਕ ਪਾਨ ਕਰਦਾ ਹੈ। ਤਿਆਗੇ ਸਾਬੇ ਅਨੁਰਾਗਾ। ਨਾਮ ਨਾਲ ਪ੍ਰੇਮ ਬਣ ਜਾਂਦਾ ਹੈ ਤੇ ਬਾਕੀ ਦੁਨੀਆ ਦੀ ਪ੍ਰੀਤ ਦਾ ਫਿਰ ਤਿਆਗ ਹੋ ਜਾਂਦਾ, ਪਾਪ ਪਕੜ ਜਕੜ ਨਹੀਂ ਰਹਿ ਜਾਂਦੀ, ਸਭ ਰਜ਼ਾ ਵਿੱਚ ਸਹਿਜ ਵਿੱਚ ਵਰਤਣ ਲੱਗ ਪੈਂਦਾ ਹੈ। ਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਮੈਂ ਬਹੁਤ ਮਸਕੂਰ ਤੇ ਮਮਨੂਨ ਹਾਂ ਪਰਮ ਪਵਿੱਤਰ ਹਿਰਦਾ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ, ਜਿਨ੍ਹਾਂ ਨੇ ਸਮਾਂ ਰੱਖ ਕੇ ਨਿਵਾਜਿਆ ਹੈ। ਭਾਵੇਂ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਪ੍ਰੈਜ਼ੀਡੈਂਟ ਪਟਨਾ ਸਾਹਿਬ ਬੋਰਡ, ਉਹਨਾਂ ਦੇ ਨਾਲ ਸਰਦਾਰ ਇੰਦਰਜੀਤ ਸਿੰਘ ਜੀ ਜਨਰਲ ਸਕੱਤਰ, ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਸਨ, ਪਰ ਕੁਝ ਕਾਰਨਾਂ ਕਰਕੇ ਉਹਨਾਂ ਦੀ ਸਿਹਤ ਥੋੜ੍ਹੀ ਢਿੱਲੀ ਹੋਣ ਕਰਕੇ ਨਹੀਂ ਆਏ। ਹਾਜ਼ਰੀ ਉਹਨਾਂ ਦੀ ਵੀ ਸਾਰਿਆਂ ਦੀ ਤੁਸੀਂ ਲਾ ਲੈਣਾ ਤੇ ਅਰਦਾਸ ਕਰਨਾ ਵੀ ਮਹਾਰਾਜ ਸਭ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦੀਦਾਰ ਤੇ ਇਸ਼ਨਾਨ ਦੀ ਦਾਤ ਬਖਸ਼ ਕੇ ਨਿਵਾਜੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।